ਅੱਜ ਦੇ ਆਪਣੇ ਕਰੰਟ ਅਫੇਅਰ 19 ਅਗਸਤ 2021 ਦੇ ਸਭ ਤੋਂ ਪਹਿਲਾ ਕਰੰਟ ਅਫੇਅਰ ਹੈ ਸਿੰਗਲ ਯੂਜ਼ ਪਲਾਸਟਿਕ। ਦੇਖੋ ਪਲਾਸਟਿਕ ਆਪਣੇ ਹੁਣ ਜਿਹੜੇ ਲਿਫਾਫੇ ਹੁੰਦੇ ਉਹ ਵੀ ਪਲਾਸਟਿਕ ਹੀ ਹੈ, ਠੀਕ ਹੈ। ਹੋਰ ਆਪਾਂ ਕਈ ਸਮਾਨ ਲਈ ਆਪਾਂ ਪਲਾਸਟਿਕ ਯੂਜ਼ ਕਰਦੇ ਹਾਂ। ਤਾਂ ਸਿੰਗਲ ਯੂਜ਼ ਕਿਹੜੇ ਪਲਾਸਟਿਕ ਹੈ? ਸਿੰਗਲ ਯੂਜ਼ ਦਾ ਮਤਲਬ ਹੈ ਜਿਹੜੇ ਸਿਰਫ ਇੱਕ ਵਾਰੀ ਇਸਤੇਮਾਲ ਕੀਤੇ ਜਾਂਦੇ ਆ ਤੇ ਫਿਰ ਆਪਾਂ ਉਹਨਾਂ ਨੂੰ ਸੁੱਟ ਦਿੰਦੇ ਹਾਂ। ਇਹ ਕਿੱਦਾਂ ਦੇ ਪਲਾਸਟਿਕ ਹੁੰਦੇ? ਜਿਵੇਂ ਹੁਣ ਯਾਦ ਹੈ ਜਿਹੜੀ ਥੋੜੀ ਪਹਿਲਾਂ ਹੁਣ ਸਟ੍ਰॉ ਆਪਾਂ ਯੂਜ਼ ਕਰਦੇ ਸੀ, ਕਿਤੇ ਵੀ ਆਪਾਂ ਮੂਵੀ ਦੇਖਣ ਜਾਂਦੇ ਸੀ ਜਾਂ ਕਿਤੇ ਵੀ ਰੈਸਟੋਰੈਂਟ ਕਿਤੇ ਵੀ ਖਾਣਾ ਖਾਣ ਜਾਂਦੇ ਸੀ, ਪਹਿਲਾਂ ਹਰ ਜਗ੍ਹਾ ਪਲਾਸਟਿਕ ਦੀ ਸਟ੍ਰॉ ਆਉਂਦੀ ਸੀ। ਅੱਜ ਕੱਲ ਹੁਣ ਥੋੜੀਆਂ ਉਹ ਪੇਪਰ ਦੀਆਂ ਆਉਣ ਲੱਗ ਗਈਆਂ। ਜਿਹੜੀ ਉਹ ਪਲਾਸਟਿਕ ਦੀ ਸਟ੍ਰॉ ਸੀਗੀ ਉਹ ਕੀ ਹੈ? ਹੁਣ ਦੇਖੋ ਥੋੜੀ ਸਟ੍ਰॉ ਨੂੰ ਵਾਰ-ਵਾਰ ਤਾਂ ਕੋਈ ਵੀ ਨਹੀਂ ਯੂਜ਼ ਕਰਨ ਵਾਲਾ। ਹੁਣ ਜਿਹੜੀ ਉਹ ਸਟ੍ਰॉ ਹੁੰਦੀ ਸੀ, ਹੁਣ ਤੁਸੀਂ ਇੱਕ ਵਾਰੀ ਡਰਿੰਕ ਪੀ ਲਈ ਹੈ, ਠੀਕ ਹੈ, ਉਸ ਤੋਂ ਬਾਅਦ ਉਹ ਸਟ੍ਰॉ ਨੂੰ ਸਿੱਟ ਹੀ ਦੇਣਾ। ਉਹ ਕਿਹੜਾ ਰੀਸਾਈਕਲ ਹੁੰਦੀ ਹੈ ਨਾ, ਉਹ ਦੁਬਾਰਾ ਵਰਤੀ ਜਾਂਦੀ ਹੈ। ਤਾਂ ਇਹਦੇ ਕਾਰਨ ਕੀ ਹੈ? ਇਹ ਫਾਈਨਲੀ ਕਿਤੇ ਨਾ ਕਿਤੇ ਜਾ ਕੇ ਕੂੜਾ ਹੀ ਬਣੂਗੀ, ਕੂੜੇ ਦਾ ਢੇਰ ਹੀ ਬਣੂਗੀ। ਤੇ ਖਤਰਾ ਕੀ ਹੁੰਦਾ ਕਿ ਦੇਖੋ ਇਦਾਂ ਦਾ ਜਿਹੜਾ ਪਲਾਸਟਿਕ ਆ, ਹੁਣ ਇਦਾਂ ਦੀਆਂ ਰੋਜ਼ ਦੇ ਰੋਜ਼ ਕਰੋੜੋ ਸਟ੍ਰॉज ਹੋਣੀਆਂ ਜਿਹੜੀਆਂ ਤੁਹਾਡੇ ਕਿਤੇ ਜਾ ਕੇ ਕੂੜੇ ਦਾ ਢੇਰ 'ਚ ਬਣ ਰਹੀਆਂ। ਤੇ ਪਲਾਸਟਿਕ ਇਦਾਂ ਦੀ ਚੀਜ਼ ਹੈ ਜਿਹੜੀ ਛੇਤੀ ਖਤਮ ਨਹੀਂ ਹੁੰਦੀ। ਇਹਨੂੰ ਖਤਮ ਹੋਣ ਨੂੰ ਹੀ ਬਹੁਤ ਸਾਰੇ ਸਾਲ ਲੱਗ ਜਾਂਦੇ ਆ, ਠੀਕ ਹੈ। ਤੁਹਾਡੇ ਇੱਕ ਪਲਾਸਟਿਕ 100-150 ਸਾਲ ਲੈ ਸਕਦਾ ਹੈ ਪਲਾਸਟਿਕ ਖਤਮ ਹੋਣ ਦੇ। ਤੇ ਦੂਜਾ ਇਹ 'ਚ ਕੀ ਹੈ ਕਿ ਕਈ ਵਾਰੀ ਜਦੋਂ ਆਪਾਂ ਇਹਨਾਂ ਨੂੰ ਕਿਤੇ ਕੂੜੇ ਦੇ ਢੇਰ ਵਿੱਚ ਹੁੰਦੇ ਆ, ਹਮੇਸ਼ਾ ਦੇਖੋਗੇ ਥੋੜਾ ਜਿਹੜਾ ਕੂੜੇ ਦਾ ਢੇਰ ਹੁੰਦਾ ਹੈ ਕਿਸ ਤਰੀਕੇ ਨਾਲ ਜਾਂ ਤਾਂ ਤੁਹਾਡੀ ਨਦੀਆਂ ਤੱਕ ਪਹੁੰਚ ਜਾਂਦਾ ਹੈ ਜਾਂ ਤੁਹਾਡੇ ਸਮੁੰਦਰ ਤੱਕ ਪਹੁੰਚ ਜਾਂਦਾ ਹੈ। ਹੁਣ ਜਦੋਂ ਇਹ ਸਮੁੰਦਰ ਤੱਕ ਪਹੁੰਚੂਗਾ ਜਾਂ ਤੁਹਾਡੀ ਨਦੀਆਂ ਵਿੱਚ ਪਹੁੰਚੂਗਾ ਜਾਂ ਸਮੁੰਦਰ ਤੱਕ ਪਹੁੰਚੂਗਾ, ਇੱਥੇ ਜਾ ਕੇ ਕਰ ਕੀ ਰਿਹਾ ਹੈ? ਜਿਹੜੇ ਹੁਣ ਉੱਥੇ ਜਾਨਵਰ ਰਹਿ ਰਹੇ ਨੇ, ਇਹ ਕਈ ਵਾਰੀ ਉਹਨਾਂ ਦੇ ਨੱਕ ਵਿੱਚ, ਉਹਨਾਂ ਦੇ ਗਲੇ ਵਿੱਚ ਇਹ ਜਾ ਕੇ ਫਸ ਜਾਂਦੀ ਹੈ ਤੇ ਫਿਰ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ। ਇਸ ਕਾਰਨ ਹੁਣ ਆਪਣੀ ਕੋਸ਼ਿਸ਼ ਕੀ ਹੈ ਕਿ ਇਸ ਪੂਰੀ ਚੀਜ਼ ਨੂੰ, ਜਿਹੜੇ ਆਪਣੇ ਸਿੰਗਲ ਯੂਜ਼ ਪਲਾਸਟਿਕ ਹੈ, ਇਹਨਾਂ ਨੂੰ ਖਤਮ ਹੀ ਕੀਤਾ ਜਾ ਸਕੇ, ਠੀਕ ਹੈ। ਤਾਂ ਇਹਦੇ ਲਈ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਤੁਹਾਨੂੰ ਯਾਦ ਹੋਊਗਾ ਇੱਕ ਆਪਣਾ ਭਾਰਤ ਦਾ ਮਿਸ਼ਨ ਵੀ ਰਿਹਾ ਸਵੱਛ ਭਾਰਤ। ਸਵੱਛ ਭਾਰਤ ਜਦੋਂ ਸ਼ੁਰੂ ਹੋਇਆ ਸੀ ਨਾ 2014 ਤੋਂ ਲੈ ਕੇ 2019 ਤੱਕ, ਸਵੱਛ ਭਾਰਤ ਦਾ ਸਭ ਤੋਂ ਪਹਿਲਾ ਜਿਹੜਾ ਕੋਸ਼ਿਸ਼ ਸੀਗੀ ਕਿ ਲੋਕਾਂ ਨੂੰ ਖੁੱਲੇ ਵਿੱਚ ਜਾਣ ਤੋਂ ਰੋਕਣਾ ਤੇ ਉਹਨਾਂ ਨੂੰ ਪ੍ਰਮੋਟ ਕਰਨਾ ਕਿ ਉਹ ਟਾਇਲਟ ਯੂਜ਼ ਕਰਨ, ਠੀਕ ਹੈ, ਖੁੱਲੇ ਵਿੱਚ ਨਾ ਜਾਣ। 2019 ਤੱਕ ਦੇਖੋ, 2014 ਵਿੱਚ ਇਹ ਮਿਸ਼ਨ ਕਿਉਂ ਸ਼ੁਰੂ ਕੀਤਾ ਗਿਆ ਸੀ? ਭਾਰਤ ਵਿੱਚ 30% ਤੋਂ ਵੀ ਘੱਟ ਜਿਹੜੀ ਆਬਾਦੀ ਹੈ ਨਾ, ਉਹ ਉਦੋਂ ਪਹਿਲਾਂ 2014 ਵਿੱਚ 30% ਤੋਂ ਵੀ ਘੱਟ ਆਬਾਦੀ ਤੁਹਾਡੀ ਟਾਇਲਟ ਯੂਜ਼ ਕਰਦੀ ਸੀ। ਜ਼ਿਆਦਾਤਰ ਲੋਕੀ ਖੁੱਲੇ ਜਾਂਦੇ ਸੀ, ਜਿਹਦੇ ਕਾਰਨ ਗੰਦਗੀ ਫੈਲਦੀ ਹੈ, ਬਿਮਾਰੀਆਂ ਵੀ ਫੈਲਦੀਆਂ। ਤਾਂ ਆਪਣੇ ਸਵੱਛ ਭਾਰਤ ਮਿਸ਼ਨ ਦਾ ਸਭ ਤੋਂ ਪਹਿਲਾ ਜਿਹੜਾ ਫੋਕਸ ਸੀ ਉਹ ਇਹ ਸੀ ਕਿ ਕਿਸ ਤਰੀਕੇ ਨਾਲ ਆਪਾਂ ਲੋਕਾਂ ਨੂੰ ਟਾਇਲਟ ਯੂਜ਼ ਕਰਨਾ ਲਗਾਈਏ। 2019 ਵਿੱਚ ਜਦੋਂ ਇਹ ਮਿਸ਼ਨ ਪੂਰਾ ਹੋ ਗਿਆ, ਆਪਣੇ ਭਾਰਤ ਵਿੱਚ 85% ਤੋਂ ਜ਼ਿਆਦਾ ਘਰਾਂ ਵਿੱਚ, ਠੀਕ ਹੈ, ਆਪਾਂ ਟਾਇਲਟ ਬਣਵਾਤੇ ਆ। ਹੁਣ ਆਪਾਂ ਲੋਕਾਂ ਨੂੰ ਇਸਤੇਮਾਲ ਕਰਨ ਲਈ ਉਹਨਾਂ ਨੂੰ ਐਨਕਰੇਜ ਕਰ ਰਹੇ ਹਾਂ ਕਿ ਤੁਸੀਂ ਇਹਨਾਂ ਨੂੰ ਯੂਜ਼ ਕਰਿਆ ਕਰੋ। ਤਾਂ ਹੁਣ ਆਪਣੇ 2019 ਵਿੱਚ ਸਵੱਛ ਭਾਰਤ ਮਿਸ਼ਨ ਨੂੰ ਨਾ ਥੋੜਾ ਬਦਲ ਦਿੱਤਾ ਗਿਆ ਸੀ। ਹੁਣ ਇਹਦਾ ਜਿਹੜਾ ਏਮ ਆ, ਹੁਣ ਜਿਹੜਾ ਇਹਦਾ ਮਕਸਦ ਹੈ ਉਹ ਇਹ ਹੈ ਕਿ ਆਪਣਾ ਜਿਹੜਾ ਸਿੰਗਲ ਯੂਜ਼ ਪਲਾਸਟਿਕ ਹੈ ਇਹਨੂੰ ਖਤਮ ਕਰ ਦੇਣਾ, ਠੀਕ ਹੈ। 2024 ਤੱਕ ਦਾ ਸਰਕਾਰ ਨੇ ਏਮ ਲਿਆ ਹੋਇਆ ਕਿ ਆਪਾਂ ਸਿੰਗਲ ਯੂਜ਼ ਪਲਾਸਟਿਕ ਆਪਣੀ ਜ਼ਿੰਦਗੀ ਜਿੱਥੇ ਜਿੱਥੇ ਵੀ ਯੂਜ਼ ਕਰਦੇ ਆ ਆਪਾਂ ਉਹਨੂੰ ਖਤਮ ਕਰ ਦੇਣਾ। ਤੇ ਇਸੇ ਚੱਲਦੇ ਹੋਏ ਦਿੱਲੀ ਦੀ ਖਬਰ ਸੀ ਕਿ ਦਿੱਲੀ ਸਰਕਾਰ ਵੀ ਬੈਨ ਕਰਨ ਦਾ ਸੋਚ ਰਹੀ ਹੈ। ਮਤਲਬ ਬੈਨ ਹੋਇਆ ਪਰ ਹਜੇ ਵੀ ਤੁਹਾਨੂੰ ਪਤਾ ਤੁਹਾਡੀ ਮਾਰਕੀਟਸ ਵਿੱਚ ਕਿਤੇ ਨਾ ਕਿਤੇ ਆਈ ਜਾਂਦਾ ਹੈ। ਤੇ ਕਿਸ ਤਰੀਕੇ ਨਾਲ ਇਹਨੂੰ ਬਿਲਕੁਲ ਖਤਮ ਕੀਤਾ ਜਾਵੇ ਜੜ ਤੋਂ, ਉਹਦੇ ਬਾਰੇ ਸੋਚਿਆ ਜਾ ਰਿਹਾ, ਠੀਕ ਹੈ। ਦੂਜਾ ਕਰੰਟ ਅਫੇਅਰ ਤੁਹਾਡੇ ਕਬੀਲੇ ਬਾਰੇ, ਇੱਕ ਤੁਹਾਡੀ ਟ੍ਰਾਈਬ ਬਾਰੇ ਹੈ, ਤੀਵਾ, ਠੀਕ ਹੈ। ਤੇ ਉਹਨਾਂ ਦਾ ਫੈਸਟੀਵਲ ਜਿਹੜਾ ਹੈਗਾ ਵੰਚੂਵਾ ਤਿਉਹਾਰ ਫੈਸਟੀਵਲ ਜਿਹੜਾ ਹੈਗਾ। ਜਿਹੜਾ ਤੀਵਾ ਕਬੀਲਾ ਹੈਗਾ ਇਹ ਤੁਹਾਡੇ ਅਸਾਮ ਦਾ ਇੱਕ ਕਬੀਲਾ, ਠੀਕ ਹੈ। ਤਾਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਆ ਸਕਦਾ, ਦੇਖੋ ਆਪਾਂ ਜਿੰਨੇ ਵੀ ਆਪਾਂ ਕਬੀਲੇ ਪੜ੍ਹਦੇ ਜਾ ਰਹੇ ਹਾਂ, ਤੁਹਾਨੂੰ ਕਦੀ ਵੀ ਕੁਐਸਚਨ ਆ ਸਕਦਾ ਕਿ ਮੈਚ ਦੀ ਫੋਲੋਇੰਗ ਦਾ ਕੁਐਸਚਨ ਬਣ ਕੇ ਆ ਸਕਦਾ ਕਿ ਇਹਨਾਂ ਵਿੱਚੋਂ ਕਿਹੜਾ ਕਬੀਲਾ ਸਹੀ ਮੈਚ ਕੀਤਾ ਹੋਇਆ। ਤਾਂ ਉਹਦੇ ਵਿੱਚ ਜਿਹੜਾ ਤੀਵਾ ਕਬੀਲਾ ਹੈ ਉਹ ਅਸਾਮ ਨਾਲ ਮੈਚ ਕਰ ਜੂਗਾ ਤਾਂ ਇਹ ਸਹੀ ਮੈਚਿੰਗ ਹੋ ਜੂਗੀ। ਦੂਜਾ ਜਿਹੜਾ ਤਿਉਹਾਰ ਹੈ, ਜਿਹੜਾ ਵੰਚੂਆ ਆਪਣਾ ਤਿਉਹਾਰ ਹੈ,
ये किस लिए मनाया जाता है? एक चंगी फसल दी दुआ मंगण लई मनाया जाता है। तो ये तीवा कबीले के लोग सारे इकट्ठे हुंदे आ, सारे इकट्ठे होके वंचूआ त्योहार मनाते। ये अंदर किया की जाता है कि थोड़े ना फैसटीवल के टाइम पूरा एक गोलाकार बनाते, मतलब सारे गोले के आस पास लोग इकट्ठे होणगे। उस तो बाद बांस के डंडियां नूं जमीन ते वजाते हैं, ठीक है, जिहदे नाल गांदे भी है, नाल डांस भी करते हैं। ते विच जिहड़ा थोड़ा सूअर हुंदा, सूअर दा जिहड़ी आह खोपड़ी है ते ओहदियां हड्डियां, ओहदे नाल विच ना कुछ सैरीमनी भी की जाती है, विच कुछ मंत्र भी पढ़े जाते हैं, जिहदे नाल एक तरीके नाल रब नूं खुश करने की कोशिश की जाती है कि रब साडी फसल चंगी देवे, साडी फसल नूं कोई बीमारी ना लगे, ठीक है। तो ये इस तरीके नाल थोड़ी आह जिहड़ा कबीला हैगा ये अपनी फसल ली दुआ मंगदा है, तीवा कबीला, ठीक है। वंचूआ त्योहार इसलिए मनाया जाता है कि चंगी फसल होवे, रब तो दुआ मंगण लई। अगला जिहड़ा करंट अफेयर है ये अपनी जुडिशरी बारे है, ठीक है। अपनी जुडिशरी विच थोड़ा कोलीजियम सिस्टम। हुण देखो कोलीजियम सिस्टम कित्थे रेलीवेंट हुंदा है, कित्थे ये आपां नूं पेपर जांदा हुंदा है। एक चीज सब तो पहली जिहड़ी जाननी जरूरी है कि अपने चाहे सुप्रीम कोर्ट के जज होण, चाहे हाई कोर्ट के जज होण, इन्हां नूं नियुक्ति इन्हां दी कौन करदा है? इन्हां दी नियुक्ति हमेशा राष्ट्रपति करदा है। तो चाहे थोड़ा क्वेश्चन आ जाए कि सुप्रीम कोर्ट की नियुक्ति कौन करता है, सुप्रीम कोर्ट के जजेस की नियुक्ति कौन करता है, चाहे हाई कोर्ट की, उसका आंसर होगा राष्ट्रपति, ठीक है। आ दोनों के आर्टिकल लिखे है, सुप्रीम कोर्ट लिए 124 ते थोड़ी हाई कोर्ट लिए 217, दोनों की नियुक्ति थोड़ा राष्ट्रपति करता। पर जेड़ा थोड़ा संविधान है ना, जेड़ा अपना कॉन्स्टिट्यूशन है, इन्हें ना बहुत ही मतलब बहुत ही ओपन जी लाइन लिखी हुई है कि नियुक्ति किद्दां की जाऊगी। हुण यह ओपन जी लाइन किवें है कि अपने संविधान में लिखा हुआ है कि जिहड़ा राष्ट्रपति है वो कुछ जजां नाल सलाह करके, जिहड़े अपने जज है, कुछ चुने हुए जज, उहदे वल्लों चुने हुए जज, उन्हां नाल सलाह करूगा ते सलाह करन तो बाद फैसला करूगा कि किसी नूं जज बनाया जाए या ना बनाया जाए। हुण इत्थे देखो इदां दी कंडीशन बन जाती है कि एक तरीके नाल थोड़ा राष्ट्रपति नियुक्त कर रहे हैं। तो ये चलते हुए आपां जिहड़ा आपां बोलते हैं कि अपना जिहड़ा जुडिशरी है, देखो एक चंगी डेमोक्रेसी लई अपनी जिहड़ा हुण पूरा गणतंत्र है, चंगी डेमोक्रेसी लई गणतंत्र लई जरूरी है कि अपना जिहड़ा जुडिशरी है वो पूरी तरह स्वतंत्र होवे, पूरी तरह आजाद होवे। क्योंकि जे अपनी जुडिशरी स्वतंत्र होगी, आजाद होगी, तो वह सरकार के खिलाफ भी फैसले कर पाऊगी। जे आप थोड़ी जुडिशरी जिहड़ी हैगी है सरकार के अंडर काम कर रही है, फिर तो कभी सरकार के खिलाफ फैसले ही नहीं देगी। तो जरूरी है वह पूरी तरीके नाल आजाद होना, तंत्र होना, पूरी तरह आजाद होना। इसलिए जरूरी है। हुण देखो जिहड़ा राष्ट्रपति हुंदा है, आम तौर पर राष्ट्रपति जिहड़े भी फैसले लैंदा है वो किहदे तो पुछ के लैंदा है? थोड़े प्रधानमंत्री ते उहदे पूरे काउंसिल नाल तो पुछ के ना। तो एक तरीके नाल थोड़े कॉन्स्टिट्यूशन ने एक बहुत वड्डी जिहड़ी चीज छड्डती सी कि राष्ट्रपति आ जिहड़े जजिस तो चुन के, मतलब जिहड़े चुने हुए जजां तो जिहड़ी सलाह लैके जजिस नूं अपॉइंट कर रहे अगे, कि ये जिहड़ी सलाह होगी ये राष्ट्रपति नूं मन्नी ही मन्नी पैनी है या अपनी मन मर्जी भी कर सकता है। क्योंकि जे तो अपनी मन मर्जी कर पाऊगा तो फिर तो एक तरीके नाल राष्ट्रपति जो बोलूगा, सॉरी प्रधानमंत्री जो बोलूगा, राष्ट्रपति उन्हें जज लगा दूगा। फिर तो सरकार दे लोग फिर अपनी पसंद के लोगों को जज बना रहे हैं, तो फिर थोड़ी जुडिशरी फिर स्वतंत्र नहीं रही, आजाद नहीं रही। तो इन्हों आजाद करने लिए जरूरी सी कि मतलब यही केस आया थोड़े सुप्रीम कोर्ट के अगे 3 बारी, जिहड़ा पहला जज केस, दूजा जज केस ते फिर फाइनली तीजा जज केस आया। हुण इहदे अंदरों दी ही थोड़ा जिहड़ा कोलीजियम सिस्टम है, थर्ड जिहड़ा अपना जज केस, जिहड़ा तीजा जज केस सी, उहदे विचों ही थोड़ा कोलीजियम सिस्टम निकलिया। हुण कोलीजियम विच हुंदा की है? कोलीजियम
लीजियम है, छोटी मात्रा, ठीक है। ਜਿਹੜਾ ਤੁਹਾਡਾ ਕੋਲੀਜੀਅਮ ਸਿਸਟਮ ਹੈ, ਹੁਣ ਇਹ ਕੋਲੀਜੀਅਮ ਵਿੱਚ ਕੰਮ ਕਿੱਦਾਂ ਹੁੰਦਾ ਹੈ? ਦੇਖੋ ਜਿਹੜਾ ਤੁਹਾਡਾ ਕੋਲੀਜੀਅਮ ਸਿਸਟਮ ਹੈ, ਇਹਦੇ ਅੰਦਰ ਜਿਹੜਾ ਤੁਹਾਡਾ ਪੂਰੇ ਭਾਰਤ ਦਾ ਸਭ ਤੋਂ ਵੱਡਾ ਜੱਜ ਹੁੰਦਾ, ਚੀਫ ਜਸਟਿਸ ਆਫ ਇੰਡੀਆ ਜਿਹਨੂੰ ਕਹਿੰਦੇ ਆ, ਉਹ ਹੁੰਦਾ ਤੇ 4 ਹੋਰ ਜੱਜ ਹੁੰਦੇ ਆ ਸੁਪਰੀਮ ਕੋਰਟ ਦੇ। ਟੋਟਲ 5 ਬੰਦਿਆਂ ਦਾ ਇਹ ਕੋਲੀਜੀਅਮ ਹੁੰਦਾ, ਸੁਪਰੀਮ ਕੋਰਟ ਦੇ ਜੱਜ ਜਦੋਂ ਅਪਾਇੰਟ ਕਰਨੇ ਆ। ਤੇ ਇਹਦੇ ਅੰਦਰ ਕੀ ਹੋਊਗਾ, ਤੁਹਾਡੀ ਕੋਈ ਵੀ ਜੱਜ ਨੂੰ ਪ੍ਰਮੋਟ ਕਰਕੇ ਤੁਸੀਂ ਸੁਪਰੀਮ ਕੋਰਟ 'ਚ ਲਿਆਣਾ ਹੈ। ਆਪਾਂ ਚੀਫ ਜਸਟਿਸ ਆਫ ਇੰਡੀਆ ਅੱਡ ਕਿਉਂ ਲਿਖਿਆ? ਦੇਖੋ ਇਹ 5 ਬੰਦੇ ਡਿਸਾਈਡ ਕਰਨਗੇ ਕਿਹੜੇ ਬੰਦੇ ਨੂੰ ਨਿਯੁਕਤ ਕੀਤਾ ਜਾਵੇ ਤੁਹਾਡੇ ਸੁਪਰੀਮ ਕੋਰਟ ਵਿੱਚ। ਤਾਂ ਉਹਦੇ ਲਈ ਸਹਿਮਤੀ ਕਿੰਨੇ ਲੋਕਾਂ ਦੀ ਚਾਹੀਦੀ ਹੈ? CGI ਪਲੱਸ 3 ਬੰਦਿਆਂ ਦੀ। ਦੇਖੋ CGI ਨੂੰ ਆਪਾਂ ਹਮੇਸ਼ਾ ਅੱਡ ਲਿਖਦੇ ਹਾਂ, ਆਪਾਂ 5 ਟੋਟਲ ਕਿਉਂ ਨਹੀਂ ਲਿਖਦੇ? ਕਿਉਂਕਿ ਜੇ ਕੱਲਾ CGI ਮਨਾ ਕਰ ਜੇ ਕਿਸੇ ਨਾਮ ਲਈ, ਚਾਹੇ ਇਹ ਚਾਰੋਂ ਐਗਰੀ ਕਰ ਰਹੇ ਕਿਸੇ ਚੀਜ਼ ਲਈ, ਉਹ ਬੰਦੇ ਦਾ ਨਾਮ ਨਹੀਂ ਨਿਯੁਕਤ ਕੀਤਾ ਜਾਊਗਾ, ਉਹ ਬੰਦੇ ਨੂੰ ਨਹੀਂ ਨਿਯੁਕਤ ਕੀਤਾ ਜਾਊਗਾ। ਜਿਹੜੇ ਬੰਦੇ ਨੂੰ ਨਿਯੁਕਤ ਹੋਣਾ ਉਹਨੂੰ CGI ਤੋਂ ਵੀ ਹਾਂ ਚਾਹੀਦੀ ਹੈ ਤੇ ਇਹਨਾਂ ਦੀ ਮੈਜੋਰਿਟੀ ਚਾਹੀਦੀ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਲੋਕ ਹਾਂ ਬੋਲਦੇ, ਤਾਂ 4 ਦੀ ਮੈਜੋਰਿਟੀ 3 ਬਣੀ, ਤਾਂ ਇਸ ਲਈ ਇੰਨੇ ਲੋਕਾਂ ਦੀ ਹਾਂ ਚਾਹੀਦੀ ਹੁੰਦੀ ਹੈ, ਇੰਨੇ ਲੋਕਾਂ ਦੀ ਆਪਾਂ ਨੂੰ ਮੈਜੋਰਿਟੀ ਚਾਹੀਦੀ ਹੈ, ਠੀਕ ਹੈ, ਕਲੀਅਰ ਹੈ। ਤਾਂ ਇਸ ਤਰੀਕੇ ਨਾਲ ਹੁਣ ਜਿਹੜੇ ਕੋਲੀਜੀਅਮ ਜਿਹੜੇ ਨਾਮ ਰਿਕਮੈਂਡ ਕਰਦਾ ਹੈ, ਆਹ ਜਿਹੜੇ 3 CGI ਪਲੱਸ 3 ਨੇ ਜਿਹੜੇ ਨਾਮ ਰਿਕਮੈਂਡ ਕੀਤੇ, ਉਸ ਤੋਂ ਬਾਅਦ ਉਹ ਜਾਂਦੇ ਆ ਰਾਸ਼ਟਰਪਤੀ ਕੋਲੇ, ਰਾਸ਼ਟਰਪਤੀ ਉਹਨਾਂ ਉੱਤੇ ਸਾਈਨ ਕਰੂਗਾ ਆਪਣੇ, ਤੇ ਉਹ ਜੱਜ ਜਿਹੜੇ ਹੈਗੇ ਆ ਉਹ ਲੱਗ ਜਾਣਗੇ ਸੁਪਰੀਮ ਕੋਰਟ 'ਚ। ਹਾਈ ਕੋਰਟ ਦਾ ਵੀ ਇਸੇ ਤਰੀਕੇ ਨਾਲ ਕੋਲੀਜੀਅਮ ਹੁੰਦਾ ਹੈ, ਉਹ 'ਚ CGI ਪਲੱਸ 2 ਜੱਜਸ ਹੁੰਦੇ ਆ। ਫਰਕ ਦੇਖੋ, ਸੁਪਰੀਮ ਕੋਰਟ ਦੇ 4 ਹੈ, ਹਾਈ ਕੋਰਟ ਵਾਲੇ 'ਚ CGI ਪਲੱਸ 2 ਆ, ਤੇ ਜਿਹੜੀ ਬਹੁਮਤ ਜਿਹੜੀ ਮੈਜੋਰਿਟੀ ਚਾਹੀਦੀ ਉਹ CGI ਪਲੱਸ 1 ਦੀ ਚਾਹੀਦੀ ਹੈ। CGI ਦਾ ਹਮੇਸ਼ਾ ਹਾਂ ਅੱਡ ਤੋਂ ਹੋਣਾ ਚਾਹੀਦਾ। ਜੇ ਕੱਲਾ CGI ਮਨਾ ਕਰਦੇ, ਚਾਹੇ ਸਾਰੇ ਐਗਰੀ ਕਰ ਰਹੇ ਆ, ਉਹ ਬੰਦਾ ਨਿਯੁਕਤ ਨਹੀਂ ਹੋਊਗਾ। ਤਾਂ CGI ਦੀ ਹਾਂ ਜ਼ਰੂਰੀ ਹੈ, ਕਲੀਅਰ ਹੈ। ਤੇ ਇਸ ਤਰੀਕੇ ਨਾਲ ਤੁਹਾਡਾ ਇਹ ਪੂਰਾ ਕੋਲੀਜੀਅਮ ਸਿਸਟਮ ਇੱਥੇ ਡਿਟੇਲ 'ਚ ਐਕਸਪਲੇਨ ਕੀਤਾ ਹੋਇਆ, ਜੋ ਮੈਂ ਤੁਹਾਨੂੰ ਹੁਣੇ ਚੀਜ਼ ਸਮਝਾਈ ਹੈ, ਤਾਂ ਪੂਰਾ ਦਾ ਪੂਰਾ ਰੀਡ ਕਰ ਲਿਓ ਇੱਥੋਂ। ਕੋਈ ਵੀ ਡਾਊਟ?